मूक उचरै शास्त्र खट, पिंग गिरन चढ़ जाए। आंद लखै बुधरो सुनै, जो काल कृपा कराए। कहाँ बुद्ध प्रभ तुष हमारी, बरन सको महिमा जो तिहारी। हम न सकत कर सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम कथा सुधारी। डंडौत बंदन अनक बार, सर्व कला समरथ। डोलन ते राखो प्रभु, नानक दे कर हथ। कनहर बूंद बसोर मावल, कुसुम बसंत गनंत न आवै। राव सस करण उदर सागर को, गंग तरंग अंत को पावै। रुद्र ध्यान ज्ञान सतगुर के, कव जन भल उन्हें जो गावै। भले अमरदास गुण तेरे, तेरी उपमा तोहे बन आवै। गुर अमरदास की अकथ कथा है, एक जिही कछ कही न जाई। आओ गुरु की संगत, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਕੱਲ੍ਹ ਆਪਾਂ ਸਰਵਣ ਕੀਤਾ ਸੀ ਕਿ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ 7-8 ਦਿਨ ਤੋਂ ਬਾਅਦ ਦੀਵਾਨ ਸਜਾਉਣ ਲੱਗੇ ਨੇ। ਸਵੇਰੇ ਸ਼ਾਮ ਸਤਿਗੁਰੂ ਜੀ ਦੀਵਾਨ ਸਜਾਉਂਦੇ ਨੇ। ਕੱਲ੍ਹ ਆਪਾਂ ਇਹ ਸਰਵਣ ਕੀਤਾ ਸੀ ਕਿ ਇੱਕ ਪੰਡਤ ਆਇਆ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ, ਨਾਮ ਕੇਸ਼ੋ ਦਾਸ ਕਰਕੇ ਆਇਆ। ਸਤਿਗੁਰਾਂ ਨੇ ਰਾਮਕਲੀ ਸੱਧ ਦੇ ਵਿੱਚ ਵੀ ਬਾਬਾ ਸੁੰਦਰ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਯਾਦ ਕੀਤਾ ਸੀ ਅੰਤਮ ਸਮੇਂ ਕਿ ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਨਿਰਮਾਣ ਕੀਰਤਨ ਗਾਵੋ ਕਰਤੇ ਕਾ, ਕੀਰਤਨ ਕਰਾਓ। ਜਦੋਂ ਅੰਤਮ ਸਮਾਂ ਮਹਾਰਾਜ ਸਾਹਿਬ ਜੀ ਦਾ ਆਇਆ ਤੇ ਕੇਸੋ ਗੋਪਾਲ ਪੰਡਤ ਨੂੰ ਸੱਦਿਆ। ਹੁਣ ਕੇਸੋ ਗੋਪਾਲ ਪੰਡਤ ਕੱਲ੍ਹ ਆਇਆ ਸੀ, ਉਹਨੇ ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਮੇਰਾ ਮਨ ਕਰਦਾ ਹੈ ਕਿ ਮੈਨੂੰ ਤੁਸੀਂ ਕਥਾ ਦੀ ਸੇਵਾ ਦੇਵੋ। ਅੱਗੇ ਕਿਵੇਂ ਕਵੀ ਜੀ ਅੰਕਿਤ ਕਰਦੇ ਹਨ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। दिन के चौथे भाग में है, पुन बैठे स्वामी। एक पंडित की प्रीत लख, घर अंतर जामी। दिन के चौथे भाग में है, पुन बैठे स्वामी। एक पंडित की प्रीत लख, घर अंतर जामी। दिन के चौथे भाग भाव के पिछले पैर शाम नूं स्वामी सतगुरु श्री गुरु अमरदास साहिब महाराज जी दरबार विच बैठते ने, ਭਾਵ ਕਿ ਸੰਗਤਾਂ ਦੇ ਵਿੱਚ ਸੁਭਾਈਮਾਨ ਹੁੰਦੇ ਨੇ। ਇੱਕ ਪੰਡਤ ਕੀ ਪ੍ਰੀਤ ਲਖ, ਘਰ ਅੰਤਰ ਜਾਮੀ। ਸੋ ਅੰਤਰਜਾਮੀ ਸਤਿਗੁਰੂ ਜੀ ਨੂੰ ਵੇਖ ਕੇ ਤੇ ਇੱਕ ਪੰਡਤ ਜਿਹੜਾ ਸੀ, ਪੰਡਤ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਪੰਡਤ ਕੋਈ ਇਹ ਨਹੀਂ ਵੀ ਧੋਤੀ ਟੋਪੀ ਵਾਲਾ ਪੰਡਤ ਹੁੰਦਾ ਹੈ, ਜਾਂ ਜਿਹਨੇ ਜਨੇਊ ਪਾਇਆ ਉਹੀ ਪੰਡਤ ਹੋ ਸਕਦਾ ਹੈ, ਜਾਂ ਕੋਈ ਵੇਦ ਸ਼ਾਸਤਰ ਪੜ੍ਹੇ ਹੋਣ ਉਹੋ ਹੀ ਪੰਡਤ ਹੋ ਸਕਦਾ। ਕੋਈ ਅਨੁਭਵੀ ਪੁਰਸ਼ ਵੀ ਪੰਡਤ ਹੋ ਸਕਦਾ ਹੈ। ਪੰਡਤ ਤੋਂ ਭਾਵ ਹੈ ਕਿ ਸਿਆਣਾ, ਸੂਝਵਾਨ, ਜਿਹੜਾ ਕੁਝ ਧਰਮਾਂ ਦਾ, ਜਿਹੜੇ ਚਾਰ ਚੁਫੇਰੇ ਧਰਮ ਨੇ ਨਾ, ਚਾਰ ਚੁਫੇਰੇ ਧਰਮ ਆਪਣੇ, ਚਾਰ ਚੁਫੇਰੇ ਧਰਮ ਤੋਂ ਭਾਵ ਕਿ ਧਰਮ ਤੇ ਬਹੁਤ ਨੇ, ਪਰ ਜਿਹੜੇ ਆਪਣੇ ਚੌਗਿਰਦੇ ਧਰਮ ਨੇ ਉਹ ਸਨਾਤਨ ਧਰਮ ਹੈ, ਬੁੱਧ ਧਰਮ ਹੈ, ਹਿੰਦੂ ਧਰਮ ਹੈ, ਮੁਸਲਮਾਨ ਧਰਮ ਹੈ, ਈਸਾਈ ਧਰਮ ਹੈ, ਪਾਰਸੀ ਲੋਕ ਨੇ, ਈਸਾਈ ਵੀਰ ਨੇ, ਯਹੂਦੀ ਵੀਰ ਨੇ। ਇਹ ਜਿਹੜੇ ਆਪਣੇ ਚੌਗਿਰਦੇ ਵਾਲੇ ਬੁੱਧ ਧਰਮ ਹੈ, ਆਪਣੇ ਚੌਗਿਰਦੇ ਵਾਲੇ ਜਿਹੜੇ ਧਰਮ ਨੇ ਨਾ, ਇਹਨਾਂ ਦਾ ਗਿਆਤਾ ਹੋਣਾ ਬਹੁਤ ਜ਼ਰੂਰੀ ਹੈ। ਐਵੇਂ ਆਪਣੇ ਨਾਂ ਦੇ ਨਾਲ ਪਹਿਲੋਂ ਵੀ ਗਿਆਨੀ ਲਿਖਵਾ ਲੈਣਾ ਤੇ ਬਾਅਦ 'ਚ ਵੀ ਗਿਆਨੀ ਲਿਖਵਾ ਦੇਣਾ, ਤੇ ਧਰਮ ਆਪਣੇ ਧਰਮ ਦਾ ਹੀ ਗਿਆਨ ਨਾ ਹੋਣਾ। ਕਮ ਸੇ ਕਮ ਇਹਨਾਂ 8-10 ਧਰਮਾਂ ਦਾ ਤੇ ਗਿਆਨ ਹੋਵੇ ਨਾ। ਸੋ ਇਸ ਪ੍ਰਕਾਰ ਬਾਬਾ ਮਾਨ ਸਿੰਘ ਜੀ ਚੌਰ ਹੋਏ ਨੇ ਗੁਰੂ ਕੀ ਸੰਗਤ, ਉਹਨਾਂ ਨੇ ਕਾਦੀਆਂ ਉੱਥੇ ਗੁਰਦੁਆਰੇ ਟਾਈਮ ਨਾ ਦਿੱਤਾ ਕਿਸੇ ਨੇ, ਕਿਉਂਕਿ ਬਟਾਲੇ ਏਰੀਏ ਦੇ ਸਨ ਉਹ, ਅਤੇ ਕਾਦੀਆਂ ਇੱਕ ਦੂਸਰਾ ਮੱਕਾ ਗਿਣਿਆ ਜਾਂਦਾ ਹੈ। ਮੁਸਲਮਾਨ ਵੀਰ ਉੱਥੇ ਬਹੁਤ ਨੇ, ਮੇਰਾ ਖਿਆਲ ਅਹਿਮਦੀਏ ਕਿ ਦੂਸਰੇ ਨੇ, ਇਹ ਮੈਂ ਕਿਮਾ ਕਰ ਨਹੀਂ ਵਿਸਰਿਆ ਹੈ। ਤਾਂ ਉਹਨਾਂ ਨੇ
ਭਾਈ ਮਾਨ ਸਿੰਘ ਚੌਰ ਮਸੀਤ ਵਿੱਚ ਚਲੇ ਗਿਆ। ਇਕੱਠ-ਵੱਠ ਹੋਇਆ ਸੀ ਮੁਸਲਮਾਨ ਵੀਰਾਂ ਦਾ, ਤਾਂ ਉਹ ਕਹਿੰਦਾ ਜਾ ਕੇ ਵੀ ਮੈਨੂੰ ਟਾਈਮ ਦਿਓ। ਉਹ ਕਹਿਣ ਲੱਗੇ ਵੀ ਸਿੱਖ ਹੈ ਤੂੰ, ਕੀ ਗੱਲ ਕੋਈ ਰੁੱਸ ਕੇ ਆਇਆ, ਗੁੱਸੇ ਹੋਇਆ? ਕਹਿਣ ਲੱਗਾ ਨਹੀਂ ਮੈਨੂੰ ਟਾਈਮ ਦਿਓ। ਕਹਿਣ ਲੱਗੇ ਵੀ ਕੁਰਾਨ ਦੀ ਕਥਾ ਕਰ ਲੇਗਾ। ਭਾਈ ਮਾਨ ਸਿੰਘ ਬਾਬਾ ਮਾਨ ਸਿੰਘ ਜੀ ਚੌਰ ਨੇ ਕੁਰਾਨ ਦੀ ਕਥਾ ਕੀਤੀ। ਉਹ ਗਿਆਨੀ ਨੇ, ਗਿਆਨੀ ਮਾਨ ਸਿੰਘ ਚੌਰ, ਜਿਹੜੇ ਕੁਰਾਨ ਦੀ ਵੀ ਕਥਾ ਕਰ ਲੈਣ, ਬਾਈਬਲ ਦੀ ਵੀ ਕਥਾ ਕਰ ਲੈਣ, ਸੋ ਸਿਮਰਤੀਆਂ ਦੀ ਕਥਾ ਕਰ ਲੈਣ, ਵੇਦਾਂ ਦੀ ਕਥਾ ਕਰ ਲਵੇ, ਉਹਨੂੰ ਗਿਆਨੀ ਕਿਹਾ ਜਾਂਦਾ ਹੈ। ਇਹ ਤਰੀਕੇ ਦੇ ਨਾਲ ਉਹ ਪੰਡਤ ਆਇਆ ਤੇ ਮਹਾਰਾਜ ਸਾਹਿਬ ਜੀ ਕਾਂਚੀ ਬਨਾਰਸ ਤੋਂ ਬੜੀ ਪ੍ਰੀਤੀ ਹੋਈ ਸਤਿਗੁਰਾਂ ਦੇ ਨਾਲ ਉਸ ਪੰਡਤ ਦੀ। ਜਿਸ ਕੇ ਮਨ ਮੈਂ ਕਾਮਨਾ ਮੈਂ ਕਥਾ ਸੁਣਾਵਾਂ। ਉਹਦੇ ਮਨ ਦੀ ਇਹ ਕਾਮਨਾ ਸੀ ਕਿ ਮੈਂ ਸਤਿਗੁਰਾਂ ਨੂੰ ਕਥਾ ਸੁਣਾਵਾਂ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ, ਗੁਰੂ ਕੀ ਸੰਗਤ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅੱਜ ਅਵਤਾਰ ਦਿਹਾੜਾ ਹੈ। ਸ਼੍ਰੋਮਣੀ ਭਗਤ ਧੰਨਾ ਜੀ ਦਾ ਆਗਮਨ ਪੁਰਬ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਜਨਮ ਦਿਨ ਨਾ ਆਖਿਆ ਕਰੋ, ਨਾ ਤੇ ਖਾਲਸੇ ਦਾ ਜਨਮ ਦਿਨ ਹੈ ਤੇ ਨਾ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਨਮ ਦਿਨ ਹੈ, ਤੇ ਨਾ ਹੀ ਭਗਤਾਂ ਦਾ। ਮੇਰੇ ਮੂੰਹ ਤੇ ਮੇਰੀ ਰਸਨਾ ਤੋਂ ਤੇ ਭਗਤਾਂ ਦਾ ਵੀ ਜਨਮ ਦਿਨ ਨਹੀਂ ਨਿਕਲਦਾ। ਮੇਰੇ ਰਸਨਾ ਤੋਂ ਤੇ ਸ਼ਹੀਦਾਂ ਸਿੰਘਾਂ ਦਾ ਵੀ ਜਨਮ ਦਿਨ ਨਹੀਂ ਨਿਕਲਦਾ। ਮੇਰੀ ਰਸਨਾ ਤੋਂ ਤੇ ਜਿੰਨੇ ਸਤਿਗੁਰਾਂ ਦੇ ਮਹਿਲ ਨੇ ਉਹਨਾਂ ਦੇ ਵੀ ਜਨਮ ਦਿਨ ਨਹੀਂ। ਮੇਰੀ ਰਸਨਾ ਤੋਂ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦੇ ਨੇ, ਉਹਨਾਂ ਦਾ ਵੀ ਜਨਮ ਦਿਨ ਨਹੀਂ। ਆਗਮਨ ਪੁਰਬ ਹੀ ਹੈ। ਕੋਈ ਕੁਛ ਕਹੇ, ਕੋਈ ਕੁਛ ਕਹੇ, ਪਰ ਮੇਰਾ ਮਨ ਜਨਮ ਦਿਨ ਆਖਣ ਨੂੰ ਨਹੀਂ ਮੰਨਦਾ ਇਹਨਾਂ ਵਿਸ਼ੇਸ਼ ਪੂਜਣਯੋਗ ਹਸਤੀਆਂ ਵਾਸਤੇ। ਸੋ ਇਸ ਕਰਕੇ ਅਵਤਾਰ ਦਿਹਾੜੇ ਨੇ ਅੱਜ ਸ਼੍ਰੋਮਣੀ ਭਗਤ ਧੰਨਾ ਜੀ ਦਾ ਤੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਸੋ ਸਾਹਿਬ ਸੱਚੇ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਿਸ ਕੇ ਮਨ ਮੈਂ ਕਾਮਨਾ ਮੈਂ ਕਥਾ ਸੁਣਾਵਾਂ। ਉਹਦੇ ਮਨ ਦੀ ਕਾਮਨਾ ਹੈ ਉਸ ਪੰਡਤ ਦੇ, ਜਿਹੜਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੋਲ ਆਇਆ, ਭਈ ਵਿਚਾਰ ਬਣਾਇਆ ਵੀ ਮੈਂ ਕਥਾ ਸੁਣਾਇਆ ਕਰਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਥਾ ਸੁਣਾਇਆ ਕਰਾਂ। ਇਹ ਉਹਦੇ ਮਨ ਦੀ ਕਾਮਨਾ ਹੈ। ਕਰੋ ਭਲਾ ਮੈਂ ਆਪਣੋ ਸਤਿਗੁਰੂ ਰਿਝਾਵਾਂ। ਇੱਕ ਤੇ ਮੇਰਾ ਆਪਣਾ ਭਲਾ ਹੋ ਜਾਵੇਗਾ ਤੇ ਇੱਕ ਸਤਿਗੁਰਾਂ ਨੂੰ ਪ੍ਰਸੰਨ ਕਰਾਂਗਾ। ਤਿਸ ਕੇ ਉਰਕੀ, ਇਹ ਵੀ ਇੱਕ ਭਗਤੀ ਹੈ। ਗੁਰੂ ਕੀ ਸੰਗ ਕਥਾ ਵੀ ਭਗਤੀ ਹੈ, ਕੀਰਤਨ ਵੀ ਭਗਤੀ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਉਸੇ ਨੂੰ ਭਗਤੀ ਕਿਹਾ ਜਾਂਦਾ ਹੈ। ਕਥਾ ਕਰਨੀ ਵੀ ਇਕਾਗਰਤਾ ਦੇ ਨਾਲ ਕਥਾ ਕਰਨੀ, ਇਕਾਗਰਤਾ ਦੇ ਨਾਲ ਕਥਾ ਸੁਣਨੀ, ਇਹ ਵੀ ਇੱਕ ਭਗਤੀ ਹੈ। ਇਕਾਗਰਤਾ ਦੇ ਨਾਲ ਕੀਰਤਨ ਕਰਨਾ ਤੇ ਇਕਾਗਰਤਾ ਦੇ ਨਾਲ ਕੀਰਤਨ ਸੁਣਨਾ, ਇਹ ਵੀ ਇੱਕ ਭਗਤੀ ਹੈ। ਭਾਂਡੇ ਮਾਂਜਣਾ ਵੀ ਇਹ ਭਗਤੀ ਹੈ। ਤੇ ਇਸੇ ਤਰ੍ਹਾਂ ਆਪਣੀ ਕਿਰਤ ਨੂੰ ਸਫਲੀ ਕਰਨਾ, ਦਸਵੰਧ ਕੱਢਣਾ, ਇਹ ਵੀ ਭਗਤੀ ਹੈ। ਇਸ ਪ੍ਰਕਾਰ ਸੋ ਤਿਸ ਕੇ ਉਰਕੀ ਜਾਣ ਕੈ ਗੁਰ ਕਥਾ ਸੁਣਾਈ। ਸੋ ਮਹਾਰਾਜ ਸਾਹਿਬ ਜੀ ਉਹਦੇ ਹਿਰਦੇ ਦੀ ਗੱਲ ਜਾਣ ਕੇ ਮਹਾਰਾਜ ਸਾਹਿਬ ਜੀ ਨੇ ਉਹਦੇ ਕੋਲੋਂ ਕਥਾ ਕਰਵਾਈ। ਦਵਿਜ ਕੇਸ਼ੋ ਗੋਪਾਲ ਕੈ ਵਿਦਿਆ ਨਿਪਨਾਈ। ਪੰਡਤ ਕੇਸੋ ਗੋਪਾਲ ਵਿਦਿਆ ਵਿੱਚ ਬੜਾ ਨਿਪੁੰਨ ਸੀ, ਭਾਵ ਕਿ ਕੇਸੋ ਗੋਪਾਲ ਉਹਦਾ ਪੰਡਤ ਦਾ ਨਾਂ ਹੈ। ਬੜਾ ਨਿਪੁੰਨ ਸੀ, ਭਾਵ ਕਿ ਸਿਆਣਾ ਸੀ, ਸੂਝਵਾਨ ਸੀ, ਤਾਂ ਹੀ ਪੰਡਤ ਉਹਨੂੰ ਆਖਿਆ ਨਾ। ਹੁਣ ਪੰਡਤ ਕੋਈ ਕਲੀਨ ਸ਼ੇਪ ਨੂੰ ਪੰਡਤ ਨਹੀਂ ਆਖਿਆ ਜਾਂਦਾ। ਆਵੇ ਚੌਥੇ ਜਾਮ ਦਿਨ ਇਤਿਹਾਸ ਪ੍ਰਕਾਸ਼ੈ। ਉਹ ਚੌਥੇ ਪਹਿਰ ਆ ਕੇ ਇਤਿਹਾਸ ਤੇ ਚਾਨਣਾ ਪਾਉਂਦਾ ਸੀ ਵੀ ਸ਼ਾਮ ਦੇ ਦੀਵਾਨ ਦੇ ਵਿੱਚ ਉਹ ਕਥਾ ਸੁਣਾਉਂਦਾ ਸੀ। ਇਹ ਜਿਹੜੇ ਭਾਵ ਕਿ ਕਲੀਨ ਸ਼ੇਪ ਹੋਣ ਵਾਲਾ ਪੰਥ ਹੈ ਨਾ ਗੁਰੂ ਕੀ ਸੰਗਤ, ਇਹ ਵੀ ਕਿਤੇ ਜੇ ਤੁਸੀਂ ਸੁਣਨਾ ਚਾਹੋਗੇ ਨਾ ਤੇ ਮੇਰੇ ਕੋਲ 2-3 ਉਦਾਹਰਨੀਆਂ ਪੁਰਾਤਨ ਯੁੱਗਾਂ ਦੀਆਂ ਨੇ। ਪਹਿਲੇ ਯੁੱਗਾਂ ਦੀਆਂ, ਦੁਆਪਰ ਯੁੱਗ ਦੀ ਤੇ ਇਸੇ ਤਰ੍ਹਾਂ ਤ੍ਰੇਤੇ ਯੁੱਗ ਦੀ ਮੇਰੇ ਕੋਲ ਉਦਾਹਰਨਾਂ ਨੇ ਗੁਰੂ ਦੀ ਕਿਰਪਾ ਦੇ ਨਾਲ। ਜੇ ਤੁਸੀਂ ਚਾਹੋਗੇ ਨਾ ਤੇ ਫਿਰ ਉਸ ਢੰਗ ਦੇ ਨਾਲ ਮੈਂ ਉਹ ਵੀ ਵਰਣਨ ਕਰ ਸਕਦਾ ਹਾਂ। ਤਾਂ ਜੇ ਸੁਣਨੀਆਂ ਹੋਣਗੀਆਂ ਉਹ ਉਦਾਹਰਨਾਂ ਵੀ ਇਹ ਕਿੱਥੋਂ ਚੱਲਿਆ, ਜਿਹੜਾ ਕਲੀਨ ਸ਼ੇਪ ਹੋਣ ਦਾ, ਸਿਰ ਮੁੰਡਨ ਕਰਨ ਦਾ, ਜਿਹੜਾ ਨਾ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਸੋ ਰਹੁ ਵਿਚਾਰ। ਇਸ ਪ੍ਰਕਾਰ ਚੌਥੇ ਪੈਰ ਆਣ ਕੇ ਉਹ ਜਿਹੜਾ ਪੰਡਤ ਹੈ ਨਾ, ਉਹ ਆਣ ਕੇ ਕਥਾ ਕਰਦਾ ਹੈ। ਸੁਣੇ ਸਤਿਗੁਰੂ ਬੈਠ ਕਰ ਸੰਗਤ ਇੱਕ ਪਾਸੈ। ਸੋ ਸਤਿਗੁਰੂ ਜੀ ਬੈਠ ਕੇ ਸੁਭਾਈਮਾਨ ਹੋ ਕੇ ਤਖਤ ਤੇ ਸਰਵਣ ਕਰਦੇ ਨੇ। ਸੰਗਤ ਜਿਹੜੀ ਹੈ ਉਹ ਸਤਿਗੁਰਾਂ ਦੇ 4 ਚੁਫੇਰੇ
ਸੰਗਤ ਸਤਿਗੁਰਾਂ ਦਾ ਸੋ ਹਜ਼ੂਰੀ ਦਾ ਆਨੰਦ ਮਾਣਦੀਆਂ ਨੇ ਸੰਗਤਾਂ, ਤੇ ਨਾਲ ਦੀ ਨਾਲ ਉਸ ਪੰਡਤ ਕੋਲੋਂ ਕੇਸੋ ਗੋਪਾਲ ਕੋਲੋਂ ਕਥਾ ਸਰਵਣ ਕਰਦੀਆਂ ਨੇ। ਬੌਰ ਰਬਾਬੀ ਆਏ ਕਰ ਗੁਰ ਸ਼ਬਦ ਸੁਣਾਵੇ। ਫਿਰ ਪਿਛਲੇ ਪੈਰ ਦਾ ਦੀਵਾਨ ਜਦੋਂ ਸਜਦਾ ਹੈ ਤੇ ਬਾਅਦ ਦੇ ਵਿੱਚ ਰਬਾਬੀ ਸਿੰਘ ਜਿਹੜੇ ਨੇ ਉਹ ਆਣ ਕੇ ਸੋ ਸ਼ਬਦ ਸੁਣਾਉਂਦੇ ਨੇ। ਰਾਗ ਰਾਗਣੀ ਧੁਨ ਸਹਿਤ ਸੁੰਦਰ ਬਿਦ ਗਾਵੇ। ਰਾਗਣੀਆਂ ਤੇ ਸੁਰਾਂ ਦੇ ਸਹਿਤ ਭਾਵ ਕਿ ਬੜੇ ਵਧੀਆ ਢੰਗ ਦੇ ਨਾਲ ਸੋ ਕੀਰਤਨ ਕਰਦੇ ਨੇ। ਕਥਾ ਕੀਰਤਨ ਕਰਤ ਹੀ ਨਿਤ ਜਾਮ ਬਤਾਵੇ। ਕਥਾ ਕੀਰਤਨ ਕਰਦਿਆਂ ਹੀ ਪਹਿਰ ਰਾਤ ਬਤੀਤ ਕਰ ਦਿੰਦੇ ਨੇ। ਭਾਵ ਕਿ ਕਾਫੀ ਸਮਾਂ ਭਾਵ ਕਿ ਜੇ ਅੱਜ ਵੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ 9-10 ਵੱਜ ਹੀ ਜਾਂਦੇ ਨੇ, ਮੇਰਾ ਖਿਆਲ ਹੈ ਨਾ 9:30-10 ਦਾ ਟਾਈਮ ਹੋ ਜਾਂਦਾ। ਇਸ ਤਰ੍ਹਾਂ ਕਾਫੀ ਪਹਿਰ ਰਾਤ ਪਹਿਰ ਰਾਤ ਤੋਂ ਭਾਵ ਕਿ 6 ਤੋਂ 9 ਵਜੇ ਤੱਕ ਪਹਿਰ ਰਾਤ 9-10 ਵਜੇ ਤੱਕ ਕੀਰਤਨ ਉਹ ਪੰਡਤ ਰਬਾਬੀ ਕੀਰਤਨ ਕਰਦੇ ਨੇ। ਸਿਮਰਨ ਹੋਏ ਸਤਨਾਮ ਕੋ ਇੱਕ ਚਿੱਤ ਲਿਵ ਲਾਵੇ। ਤਾਂ ਇੱਕ ਚਿੱਤ ਲਿਵ ਲਾ ਕੇ ਸਤਨਾਮ ਦਾ ਸਿਮਰਨ ਸਾਰੀਆਂ ਸੰਗਤਾਂ ਕਰਦੀਆਂ ਨੇ। ਪੁਨ ਸੁਪਤਨ ਹਿਤ ਸੇਜ ਪਾਸ ਸਤਿਗੁਰੂ ਬਿਰਾਜੈ। ਫਿਰ ਸੌਣ ਦੇ ਵਾਸਤੇ ਬਿਰਾਜਣ ਵਾਸਤੇ ਮਹਾਰਾਜ ਸਾਹਿਬ ਜੀ ਆਪਣੇ ਸੋ ਆਸਣ ਤੇ ਜਾਂਦੇ ਨੇ ਗੁਰੂ ਕੀ ਸੰਗਤ। ਇਹ ਸਤਿਗੁਰਾਂ ਦਾ ਨਿਤਨੇਮ ਕਵੀ ਜੀ ਵਰਣਨ ਕਰਨੇ ਵੀ ਜੋ ਨਿਤਾ ਪ੍ਰਤੀ ਮਹਾਰਾਜ ਸਾਹਿਬ ਜੀ ਜੋ ਨਿਤਾ ਪ੍ਰਤੀ ਨਿਤਨੇਮ ਹੈ ਸਤਿਗੁਰਾਂ ਦਾ। ਇਸ ਵਿਦ ਕੋ ਵਿਵਹਾਰ ਨਿਤ ਜਿਨ ਪੇਖਿਆ ਅਗ ਭਾਜੈ। ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਭੱਜ ਜਾਂਦੇ ਨੇ, ਇਸ ਤਰ੍ਹਾਂ ਦਾ ਨਿਤ ਵਿਵਹਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁੰਦਾ ਸੀ। ਅਪਰ ਨੇਮ ਐਸੋ ਕਰਿਓ ਸ੍ਰੀ ਅਮਰ ਸੁਜਾਨਾ। ਹੋਰ ਨਿਤਨੇਮ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਵੀ ਜੀ ਦੱਸ ਰਹੇ ਨੇ ਵੀ ਇਸ ਤਰ੍ਹਾਂ ਸੀ। ਸੇਤ ਬਸਤਰ ਤਨ ਪਰ ਧਰੈ ਨਿਤ ਬਿਮਲ ਮਹਾਨਾ। ਮਹਾਰਾਜ ਸਾਹਿਬ ਜੀ ਦਾ ਕੋਈ ਬਹੁਤਾ ਵੱਡਾ ਕੱਦ ਨਹੀਂ ਸੀ। ਫੋਟੋਆਂ ਤਸਵੀਰਾਂ ਤੇ ਬਹੁਤ ਵੱਡਾ ਕੱਦ ਮਹਾਰਾਜ ਸਾਹਿਬ ਜੀ ਦਾ ਵਿਖਾਇਆ ਗਿਆ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ। ਇਹ ਹੈ ਵੀ ਕਲਪਨਾਤਕ ਜਿਹੜੀਆਂ ਤਸਵੀਰਾਂ ਨੇ ਨਾ, ਮੈਂ ਅਕਸਰ ਦੱਸਦਾ ਹੁੰਦਾ ਵੀ ਜੇ ਕਿਸੇ ਨੇ ਅਸਲੀ ਤਸਵੀਰ ਵੇਖਣੀ ਹੋਵੇ ਤੇ ਢਾਕੇ ਜਾ ਕੇ ਬੰਗਲਾਦੇਸ਼ ਦੇ ਵਿੱਚ ਉੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪ ਆਪਣੇ ਚਿਹਰੇ ਦੀ ਤਸਵੀਰ ਬਣਾਈ ਹੈ, ਉਹ ਉੱਥੇ ਤਸਵੀਰ ਮਿਲ ਸਕਦੀ ਹੈ। ਤੇ ਜੇ ਹੋਰ ਨੇੜਿਓਂ ਵੇਖਣਾ ਹੋਵੇ ਤੇ ਸੁਰ ਸਿੰਘ ਨਗਰ ਜਾ ਕੇ ਬਾਬਾ ਅਵਤਾਰ ਸਿੰਘ ਜੀ ਹੁਣਾਂ ਦੇ ਕੋਲ ਕਿਸੇ ਨਾ ਕਿਸੇ ਮੇਲੇ ਤੇ ਜਾ ਕੇ ਜੇ ਉਸ ਤਰ੍ਹਾਂ ਜਾ ਕੇ ਦਰਸ਼ਨ ਕਰਨੇ ਹੋਣ ਤੇ ਕੜਾਹ ਪ੍ਰਸ਼ਾਦ ਕੀਤੇ ਤੋਂ ਬਿਨਾਂ ਬਾਬਾ ਜੀ ਤਸਵੀਰਾਂ ਦੇ ਦਰਸ਼ਨ ਨਹੀਂ ਕਰਾਉਂਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤਸਵੀਰ, ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੀ ਤਸਵੀਰ, ਤੇ ਇਸ ਤਰੀਕੇ ਦੇ ਨਾਲ ਇਹ ਅਸਲੀ ਤਸਵੀਰਾਂ ਉੱਥੇ ਨੇ। ਇੱਕ ਮੁਸੱਵਰ ਨੂੰ ਬਣਾ ਕੇ ਤੇ ਬਾਬਾ ਬੀਰ ਚੰਦ ਸਾਹਿਬ ਜੀ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਤੇ ਉਹ ਤਸਵੀਰਾਂ ਬਣਾ ਕੇ ਰੱਖੀਆਂ ਸਨ। ਤੇ ਫਿਰ ਆਪਣੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਲਾਲ ਚੰਦ ਜੀ ਨੂੰ ਬਾਬਾ ਬੀਰ ਚੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਦੇ ਕੇ ਤੇ ਸੁਰ ਸਿੰਘ ਨਗਰ ਭੇਜਿਆ ਸੀ। ਉੱਥੇ ਬਾਬਾ ਜੀ ਹੁਣਾਂ ਕੋਲ ਹੈ। ਮੇਲਿਆਂ ਦੇ ਉੱਤੇ ਉਹਨਾਂ ਦੇ ਦਰਸ਼ਨ ਕਰਾਏ ਜਾਂਦੇ ਨੇ। ਰੋਹ ਵਿਚਾਰ ਇਸ ਤਰੀਕੇ ਦੇ ਨਾਲ ਗੁਰੂ ਕੀ ਸੰਗਤ। ਸੋ ਇਸ ਤਰ੍ਹਾਂ ਨਿਤਨੇਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦਾ ਨਿਤਨੇਮ ਹੈ। ਸੋ ਇਸ ਤਰ੍ਹਾਂ ਨਿਤ ਵਿਵਹਾਰ ਹੁੰਦਾ ਹੈ ਜਿਹਨੂੰ ਵੇਖ ਕੇ ਜਿਹੜੇ ਨੇ ਨਾ ਉਹ ਭੱਜ ਜਾਂਦੇ ਨੇ, ਪਾਪ ਭੱਜ ਜਾਂਦੇ ਨੇ। ਅਪਰ ਨੇਮ ਐਸੋ ਕਰਿਓ ਸ੍ਰੀ ਅਮਰ ਸੁਜਾਨਾ। ਹੋਰ ਨਿਤਨੇਮ ਸਤਿਗੁਰੂ ਜੀ ਇਸ ਤਰ੍ਹਾਂ ਕਰਦੇ ਨੇ। ਸੇਤ ਬਸਤਰ ਤਨ ਪਰ ਧਰੈ ਨਿਤ ਬਿਮਲ ਮਹਾਨਾ। ਆਪਣੇ ਸਰੀਰ ਤੇ ਕੂਲੇ ਨਰਮ ਤੇ ਸੋ ਗੁਰੂ ਕੀ ਸੰਗਤ ਉੱਤਮ ਕੱਪੜੇ ਚਿੱਟੇ ਬਸਤਰ ਪਾਉਂਦੇ ਨੇ, ਵਾਈਟ ਬਸਤਰ। ਅਪਰ ਬਸਤਰ ਨੇ ਟਿਗ ਰਖਾਇਆ ਜਬ ਦੂਸਰ ਲਈ। ਜਦੋਂ ਪਹਿਲੇ ਕੱਪੜੇ ਜਿਹੜੇ ਉਹ ਮੈਲੇ ਹੋ ਜਾਂਦੇ ਨੇ, ਬਸਤਰ ਜਿਹੜੇ ਨੇ, ਤਾਂ ਉਹ ਭਾਈ ਬੱਲੂ ਤੇ ਹੋਰ ਸਿੱਖ ਸੇਵਕ ਜਿਹੜੇ ਨੇ ਉਹ ਉਹਨਾਂ ਨੂੰ ਸਾਫ਼ ਕਰਦੇ ਨੇ, ਧੋਂਦੇ ਨੇ। ਸੋ ਬਸਤਰਾਂ ਦੀ ਸੇਵਾ ਕਰਦੇ ਨੇ। ਦੂਸਰੇ ਕੱਪੜੇ ਮਹਾਰਾਜ ਸਾਹਿਬ ਜੀ ਬਦਲ ਲੈਂਦੇ ਨੇ। ਪੂਰਬ ਉੱਪਰ ਹੋਏ ਜੋ ਕਿਸੇ ਰੰਕੇ ਦੇ। ਜਿਹੜੇ ਪਹਿਲੇ ਵਸਤਰ ਆਪਣੇ ਕੋਲ ਨਹੀਂ ਰੱਖਦੇ, ਜਿਹੜੇ ਪਹਿਲੇ ਵਸਤਰ ਪਾਏ ਹੁੰਦੇ ਨੇ ਨਾ ਉਹ ਆਪਣੇ ਕੋਲ ਨਹੀਂ ਰੱਖ ਦਿੰਦੇ, ਉਹ ਕਿਸੇ ਨੂੰ ਲੋੜਵੰਦ ਨੂੰ ਦੇ ਦਿੰਦੇ ਨੇ ਮਹਾਰਾਜ ਸਾਹਿਬ ਜੀ। ਦੁਤੀਆ ਰਹੇ ਨਾ ਸਦਨ ਮੈਂ ਐਸੇ ਕਹਿ ਦੀਨਾ। ਉਹਨਾਂ ਗਰੀਬਾਂ ਨੂੰ ਦਿੰਦੇ ਨੇ, ਜਿਹੜੇ ਪਹਿਲਾਂ ਪਾਏ ਹੁੰਦੇ ਨੇ ਉਹ ਗਰੀਬਾਂ ਨੂੰ ਦੇ ਦਿੰਦੇ ਨੇ, ਭਾਵ ਕਿ ਲੋੜਵੰਦਾਂ ਨੂੰ। ਦੁਤੀਆ ਰਹੇ ਨਾ ਸਦਨ ਮੈਂ ਐਸੇ ਕਹਿ ਦੀਨਾ। ਉਹਨਾਂ ਨੇ ਆਗਿਆ ਕੀਤੀ ਹੋਈ ਸੀ ਮਹਾਰਾਜ ਸਾਹਿਬ ਜੀ ਨੇ ਕਿ ਪਹਿਲੇ ਕੱਪੜੇ ਜਿਹੜੇ ਉਹ ਘਰ ਵਿੱਚ ਨਹੀਂ ਰਹਿਣੇ ਚਾਹੀਦੇ, ਕਿਉਂਕਿ ਸਤਿਗੁਰਾਂ ਦੇ ਕੋਲ ਤੇ ਰੋਜ਼ਾਨਾ ਜਿੰਨੇ ਮਰਜ਼ੀ ਭਾਵੇਂ 3 ਵਾਰਾਂ ਬਸਤਰ ਬਦਲਣ, ਸੰਗਤਾਂ ਉਡੀਕਦੀਆਂ ਰਹਿੰਦੀਆਂ ਨੇ ਵੀ ਅੱਜ ਮਹਾਰਾਜ ਸਾਡੇ ਵਾਲੇ ਬਸਤਰ ਪਾਉਣ। ਜਿਵੇਂ ਹੁਣ ਸੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ
ਪਾਵਨ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਚੰਦੋਏ ਦੀ ਵਾਰੀ ਪਤਾ ਨਹੀਂ ਕਿੰਨੇ ਚਿਰ ਪਿਛੋਂ ਆਉਂਦੀ ਹੈ। ਤਾਂ ਇਸੇ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਸੋ ਮਹਾਰਾਜ ਸਾਹਿਬ ਜੀ ਦੇ ਜਿਹੜੇ ਬਸਤਰ ਸੀ ਉਹ ਤੇ ਰੋਜ਼ਾਨਾ ਭਾਵੇਂ 4 ਵਾਰਾਂ ਬਦਲਣ, ਸੰਗਤਾਂ ਤਿਆਰ ਕਰਕੇ ਦੇਣ ਵਾਸਤੇ ਤਿਆਰ ਨੇ। ਇਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਹੋਈ ਸੀ ਵੀ ਜਿਹੜੇ ਬਸਤਰ ਇੱਕ ਵਾਰ ਅਸੀਂ ਲਾ ਦਈਏ, ਪਾਉ ਕੇ ਵਧਾ ਦਈਏ ਸਰੀਰ ਤੋਂ, ਉਹ ਘਰ ਨਹੀਂ ਰੱਖਣੇ, ਉਹ ਕਿਸੇ ਲੋੜਵੰਦ ਨੂੰ ਦੇ ਦੇਣੇ ਆ। ਖੈਬੇ ਹੇਤ ਜੋ ਅੰਨ ਹੋਏ ਨਿਤ ਆਏ ਨਵੀਨਾ, ਤੇ ਜਿਹੜਾ ਅੰਨ ਪਾਣੀ ਹੁੰਦਾ ਸੀ ਉਹ ਨਿਤ ਨਵਾਂ ਬਣਦਾ ਸੀ। ਇਹ ਵੀ ਗੁਰੂ ਕੀ ਸੰਗਤ ਧਿਆਨ ਨਾਲ ਸਰਵਣ ਕਰਨ ਵਾਲਾ ਬਚਨ ਹੈ। ਜਿਹੜਾ ਲੰਗਰ ਦੀ ਮਰਜ਼ਾਦਾ ਮਹਾਰਾਜ ਸਾਹਿਬ ਜੀ ਦੀ ਕੀ ਸੀ। ਜਿਤਕ ਦੇਗ ਮੈਂ ਲਗੇ ਤਬ ਸੋ ਸਰਬ ਪਕਾਵੈ, ਜਿੰਨਾ ਅਨਾਜ ਲੰਗਰ ਵਿੱਚ ਲੱਗਦਾ ਸੀ ਉਹਨਾਂ ਨੂੰ ਪਕਾ ਲੈਂਦੇ ਸਨ। ਭਾਵ ਕਿ ਸਵੇਰੇ ਗੱਡੇ ਜਿਹੜੇ ਲੰਗਰ ਵਾਲੇ ਆ ਨਾ, ਅੰਮ੍ਰਿਤ ਵੇਲੇ ਰਾਤ ਨੂੰ ਆਣ ਕੇ ਗੱਡੇ ਖਲੋ ਜਾਂਦੇ ਸਨ। ਰਾਤ ਨੂੰ ਆਣ ਕੇ ਲਾਗੇ ਬੰਨੇ ਪਿੰਡਾਂ ਵਾਲੇ ਜਿਹੜੇ ਆ ਨਾ, ਉਹ ਰਸਤ ਪਾਣੀ ਲੈ ਕੇ ਤੇ ਲੰਗਰ ਦੇ ਬਾਰ-ਬਾਰ ਗੱਡਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਸਨ। ਤੇ ਇਸ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਜਿਹੜਾ ਸਵੇਰੇ ਪੱਕਦਾ ਸੀ, ਅੰਮ੍ਰਿਤ ਵੇਲੇ ਪੱਕਦਾ ਸੀ, ਤੇ ਸ਼ਾਮ ਨੂੰ ਜਿਹੜਾ ਵੱਧ ਜਾਂਦਾ ਸੀ ਉਹ ਹੁਣ ਦੱਸਣਗੇ ਕਵੀ ਜੀ। ਸਿੱਖ ਸੰਗਤ ਗਨ ਰੰਗ ਜੇ ਮਨ ਭਾਵਤ ਖਾਵੈ, ਸਿੱਖ ਸੰਗਤ ਗਰੀਬ ਅਮੀਰ ਜਿਹੜਾ ਮਨ ਭਾਉਂਦਾ ਪ੍ਰਸ਼ਾਦਾ ਪਾਣੀ ਛਕਦੇ ਨੇ। ਬਚੇ ਛੇਕ ਸੋ ਨਹਿ ਰਖੈ ਦੇਵੇ ਕਿਸ ਤਾਈ, ਜਿਹੜਾ ਬਾਕੀ ਬਚ ਜਾਂਦਾ ਸੀ ਉਹ ਮਾਰੇ ਰੱਖਦੇ ਆਗਿਆ ਸੀ ਵੀ ਰੱਖਣਾ ਨਹੀਂ। ਕਿਤੋਂ ਪੁਰੀ ਮੈਂ ਪਸ਼ੂ ਗਨ ਤਿੰਨ ਸਕਲ ਖੁਲਾਈ, ਕਿਸੇ ਲੋੜਵੰਦ ਨੂੰ ਦੇ ਦਿੰਦੇ ਸਨ, ਜਾਂ ਜਿਹੜੇ ਨਗਰ ਦੇ ਵਿੱਚ ਪਸ਼ੂ ਸਨ ਗੋਇੰਦਵਾਲ ਸਾਹਿਬ ਦੇ, ਉਹਨਾਂ ਨੂੰ ਛਕਾ ਦਿੰਦੇ ਸਨ। ਤੇ ਜੇ ਵੱਧ ਜਾਵੇ ਤੇ ਉਹ ਫਿਰ ਸੋ ਦਰਿਆ ਦੇ ਵਿੱਚ ਵਧਾ ਦਿੰਦੇ ਸਨ, ਮੱਛੀਆਂ ਨੂੰ ਪਾ ਦਿੰਦੇ ਸਨ। ਅਗਲੇ ਦਿਨ ਹਿਤ ਨਹਿ ਰਖੈ ਇੱਕ ਮਨੁਜ ਆਹਾਰਾ, ਅਗਲੇ ਦਿਨ ਵਾਸਤੇ ਜਰਾ ਜਿੰਨਾ ਵੀ ਪ੍ਰਸ਼ਾਦਾ ਜਿਹੜਾ ਲੰਗਰ ਦਾ ਰਸਤ ਸੀ ਨਾ, ਉਹ ਜਰਾ ਜਿੰਨੀ ਵੀ ਨਹੀਂ ਸੀ ਰੱਖਦੇ ਅਗਲੇ ਦਿਨ ਵਾਸਤੇ। ਰਾਤ ਨੂੰ ਜਿੰਨਾ ਹੁੰਦਾ ਸੀ ਉਹ ਸਾਰਾ ਵਧਾ ਦਿੰਦੇ ਸਨ, ਕੁਝ ਪਸ਼ੂਆਂ ਨੂੰ ਪਾ ਦਿੰਦੇ ਸਨ, ਲੋੜਵੰਦਾਂ ਨੂੰ ਦੇ ਦਿੰਦੇ ਸਨ। ਤਾਂ ਇਸੇ ਤਰੀਕੇ ਨਾਲ ਅੱਜ ਵੀ ਉੱਥੇ ਗੁਰੂ ਕੀ ਸੰਗਤ ਇਸੇ ਤਰ੍ਹਾਂ ਹੀ ਹੈ। ਜਦੋਂ ਐਤਵਾਰ ਕੜੀ ਬਣਦੀ ਹੈ ਨਾ, ਤੇ ਲਾਗੇ ਬੰਨੇ 5-4 ਪਿੰਡਾਂ ਵਾਲੇ ਜਿਹੜੇ ਉਹ ਡੋਲ ਭਰ ਕੇ ਲਈ ਜਾਂਦੇ, ਮੁੱਕਣ ਵਾਲਾ ਉੱਥੇ ਕੋਈ ਪਿਉ ਦਾਦੇਗਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਇਸ ਤਰੀਕੇ ਦੇ ਨਾਲ ਗੁਰੂ ਕੀ ਸੰਗਤ ਅਗਲੇ ਦਿਨ ਵਾਸਤੇ ਜਰਾ ਜਿੰਨਾ ਵੀ ਜਿਹੜਾ ਉਹ ਭੋਜਨ ਛਕਣ ਵਾਸਤੇ ਨਹੀਂ ਸੀ ਬਚਦਾ। ਆਏ ਵੈਰ ਤੈ ਦੇਗ ਹੋਏ ਇਵ ਨੇਮ ਸੁਧਾਰਾ, ਜੋ ਬਾਹਰ ਤੋਂ ਅਨਾਜ ਆਉਂਦਾ ਸੀ ਉਹ ਤਿਆਰ ਹੁੰਦਾ ਸੀ। ਇਹ ਨੇਮ ਬਣਾਇਆ ਹੋਇਆ ਸੀ ਮਹਾਰਾਜ ਸਾਹਿਬ ਜੀ ਨੇ। ਅਪਰ ਵਸਤ ਗਿਣਤੀ ਕਹਾਂ ਜਲ ਕਲਸਨ ਮਾਹੀ, ਹੋਰ ਕਵੀ ਜੀ ਕਹਿੰਦੇ ਨੇ ਵੀ ਕੀ ਗਿਣਤੀ ਕਰੀਏ ਵਸਤੂਆਂ ਦੀ, ਪਦਾਰਥਾਂ ਦੀ। ਘੜਿਆਂ ਵਿੱਚ ਜਿਹੜਾ ਪਾਣੀ ਸੀ ਉਹ ਵੀ ਨਹੀਂ ਸੀ ਬਚਾ ਕੇ ਰੱਖਿਆ ਜਾਂਦਾ। ਦਰਿਆ ਦੇ ਵਿੱਚੋਂ ਘੜੇ ਆਉਂਦੇ ਸਨ, ਪਾਣੀ ਦਰਿਆ ਦੇ ਵਿੱਚੋਂ ਆਉਂਦਾ ਸੀ ਲੰਗਰ ਵਾਸਤੇ। ਤਾਂ ਉਹ ਜਦੋਂ ਰਾਤ ਨੂੰ ਵੱਧ ਜਾਂਦਾ ਸੀ ਜਿਹੜਾ ਪਾਣੀ, ਉਹ ਵੀ ਦਰਿਆ ਦੇ ਵਿੱਚ ਹੀ ਪਾ ਕਰਦੇ ਸਨ। ਸਭ ਗਰਾਏ ਸ਼ੂਸ਼ੇ ਤਰੇ ਰਾਖੇ ਕੁਛ ਨਹੀਂ, ਨਹੀਂ ਰੱਖਦੇ ਸਨ, ਉਹ ਡੋਲ ਦਿੰਦੇ ਸਨ। ਭਾਵ ਕਿ ਜਿਹੜੇ ਘਿਓ ਵੀ ਵੱਧ ਜਾਂਦਾ ਸੀ ਨਾ, ਜਿਹੜਾ ਘਿਓ ਵੱਧ ਜਾਂਦਾ ਸੀ ਰਾਤ ਨੂੰ, ਉਹ ਵੀ ਦਰਿਆ ਵਿੱਚ ਪਾਇਆ ਕਰਦੇ ਸਨ। ਜਿਮ ਭੰਗ ਦਰਵੇਸ਼ ਹੈ ਸੰਚੇ ਨਾ ਕਰੇ ਹੈ, ਜਿਵੇਂ ਪੰਛੀ ਜਿਹੜੇ ਨਾ ਉਹ ਕੋਈ ਪ੍ਰਸ਼ਾਦਾ ਪਾਣੀ ਆਪਣਾ ਜਿਹੜਾ ਦਾਣਾ ਦਰੁਕਾ ਜਿਹੜਾ ਉਹ ਇਕੱਠਾ ਨਹੀਂ ਕਰਦੇ। ਨਿਤ ਨਵੀਨ ਲੈ ਕਰ ਅਚੇ ਈਸ਼ਵਰ ਤਿਨ ਦੈ ਹੈ, ਉਹ ਨਿਤ ਹੀ ਨਵਾਂ ਲੱਭ ਕੇ ਖਾਂਦੇ ਨੇ, ਪਰਮੇਸ਼ਰ ਉਹਨਾਂ ਨੂੰ ਦਿੰਦਾ ਵੀ ਹੈ। ਤੇ ਮੈਂ ਇੱਥੇ 1 ਮਿੰਟ ਰੁਕਣਾ ਚਾਹੁੰਦਾ। ਗੁਰੂ ਕੀ ਸੰਗਤ ਜਦੋਂ ਅੰਮ੍ਰਿਤ ਵੇਲੇ ਪੰਛੀ ਜਾਨਵਰ ਜਿਹੜੇ ਨੇ ਆਪਣੇ ਆਲ੍ਹਣਿਆਂ ਵਿੱਚੋਂ ਉੱਡ ਕੇ ਤੇ ਦਾਣਾ ਦਣਕਾ ਚੁਗਣ ਵਾਸਤੇ ਜਾਂਦੇ ਨੇ ਨਾ, ਚਹਿਚਹਾਉਂਦੇ ਗੀਤ ਗਾਉਂਦੇ ਰੱਬ ਦਾ ਨਾਂ ਲੈਂਦੇ ਉਹ ਜਾਂਦੇ ਨੇ। ਤੇ ਜਦੋਂ ਬੰਦਾ ਘਰੋਂ ਜਾਂਦਾ ਹੈ ਆਪਣੇ ਕੰਮ ਤੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ, ਤੇ ਉਦੋਂ ਘਰਾਂ ਦੇ ਵਿੱਚ, ਬਹੁਤਿਆਂ ਘਰਾਂ ਦੇ ਵਿੱਚ ਮੇਰੀ ਫਾਈਲ ਕਿੱਥੇ ਆ, ਮੇਰਾ ਬਟੂਆ ਕਿੱਥੇ ਆ, ਮੇਰਾ ਮੋਬਾਈਲ ਕਿੱਥੇ ਆ, ਮੇਰੀ ਗੱਡੀ ਦੀ ਚਾਬੀ ਕਿੱਥੇ ਆ, ਮੇਰੀ ਜੁੱਤੀ ਕਿੱਥੇ ਆ, ਮੇਰੀਆਂ ਚੱਪਲਾਂ ਕਿੱਥੇ, ਇਹੋ ਕੁਛ ਹੁੰਦਾ ਰਹਿੰਦਾ। ਉਹ ਜਾਨਵਰ ਜਿਹੜੇ ਨੇ ਉਹ ਪਰਮੇਸ਼ਰ ਦੇ ਗੀਤ ਗਾਉਂਦੇ ਜਾਂਦੇ ਨੇ, ਪਰਮੇਸ਼ਰ ਦਾ ਜਸ ਗਾਉਂਦੇ ਜਾਂਦੇ ਨੇ। ਤੇ ਜਦੋਂ ਆਉਂਦੇ ਨੇ ਰਾਤ ਨੂੰ ਆਲ੍ਹਣਿਆਂ ਦੇ ਵਿੱਚ, ਉਦੋਂ ਵੀ ਉਹ ਪਰਮੇਸ਼ਰ ਦਾ ਜਸ ਗਾਉਂਦੇ ਨੇ। ਜੋ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਤੇ ਜਿਹੜਾ ਮਨੁੱਖ ਹੈ, ਬੰਦਾ ਹੈ, ਇਹ ਜਦੋਂ ਰਾਤ ਨੂੰ ਆਉਂਦਾ ਹੈ ਉਦੋਂ ਜਾਂ ਤੇ ਫਿਰ ਖਿਮਾ ਕਰਨੀ, ਜਾਂ ਤੇ ਟੱਲੀ ਹੋਇਆ ਆਉਂਦਾ ਹੈ, ਤੇ ਜਾਂ ਫਿਰ ਕਿਸੇ ਨਾ ਕਿਸੇ ਦੇ ਟੈਨਸ਼ਨ ਦੇ ਵਿੱਚ ਆਉਂਦਾ ਹੈ। ਕੋਈ ਘਰਦਿਆਂ ਨੂੰ ਆਪ ਟੈਨਸ਼ਨ ਹੋਣਾ ਤੇ ਘਰਦਿਆਂ ਨੂੰ ਵੀ ਡਿਪਰੈਸ਼ਨ 'ਚ ਲੈ ਜਾਣਾ। ਇਸ ਤਰੀਕੇ ਦੇ ਨਾਲ ਇਹ ਸਾਡੀ ਸੁਭਾਅ ਬਣਿਆ ਹੋਇਆ ਹੈ। ਤੋ ਇਸ ਤਰੀਕੇ ਦੇ ਨਾਲ ਜਿਮ ਬਹੰਗ ਦਰਵੇਸ਼ ਹੈ। ਮੈਂ ਇਹ ਨਹੀਂ ਸੀ ਚਾਹੁੰਦਾ
ਤੇ ਇਸ ਤਰੀਕੇ ਦੇ ਨਾਲ ਇਹ ਪੰਕਤੀਆਂ ਲੈ ਕੇ ਗਈਆਂ ਨੇ ਇਸ ਪਾਸੇ ਨੂੰ। ਜਿਮ ਬਹੰਗ ਦਰਵੇਸ਼ ਹੈ ਸੰਚੇ ਨਾ ਕਰੇ ਹੈ। ਜਿਸ ਤਰ੍ਹਾਂ ਪੰਛੀ ਜਿਹੜੇ ਦਰਵੇਸ਼ਾਂ ਵਾਂਗ ਪੱਲੇ ਕਦੇ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼, ਇਸ ਤਰੀਕੇ ਦੇ ਨਾਲ ਨਾ ਉਹ ਇਕੱਠਾ ਕਰਦੇ ਨੇ। ਨਿਤ ਨਵੀਨ ਲੈ ਕਰ ਅਚੇ, ਨਿਤ ਨਵਾਂ ਦਾਣਾ ਦੁਣਕਾ ਪ੍ਰਸ਼ਾਦਾ ਸੋ ਦਾਣਾ ਦੁਣਕਾ ਛਕਦੇ ਨੇ। ਈਸ਼ਰ ਦਿੰਦਾ ਹੈ, ਉਹਨਾਂ ਨੂੰ ਪਰਮੇਸ਼ਰ ਦਿੰਦਾ ਹੈ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਤਰਿਆ। ਇੱਕ ਬੰਦੇ ਨੂੰ ਫਿਕਰ ਹੈ, ਕਿਸੇ ਜਾਨਵਰ ਪੰਛੀ ਨੂੰ ਨਹੀਂ ਫਿਕਰ ਕਿਸੇ ਦਾਣੇ ਦੁਣਕੇ ਦਾ, ਉਹ ਦਿੰਦਾ ਪਰਮੇਸ਼ਰ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਤਰਿਆ। ਊਡ ਆਵੇ ਸਹਿ ਕੋਸਾ ਤਿਸ ਪਾਛੇ ਬਚਰੇ ਸ਼ਰਿਆ। ਕੂੰਜਾਂ ਉੱਡ ਕੇ ਆਉਂਦੀਆਂ ਨੇ ਨਾ, ਉਹਨਾਂ ਦੇ ਬੱਚਿਆਂ ਨੂੰ ਕੌਣ ਪਾਲਦਾ ਹੈ। ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਵੀ ਲਿਖਿਆ ਹੈ ਵੀ ਕੱਛੂ ਕੁੰਮਾ ਜਿਹੜਾ ਹੈ, ਕੱਛੂ ਕੁੰਮੀ ਜਿਹੜੀ ਹੈ ਉਹ ਆਪਣੇ ਅੱਜ ਭਗਤ ਧੰਨਾ ਜੀ ਦਾ ਪਾਵਨ ਦਿਹਾੜਾ ਹੈ। ਤੇ ਉਹ ਲਿਖਦੇ ਨੇ ਵੀ ਕੁੰਮੀ ਤਨ ਤਿਸ ਬਾਹਰ ਪੰਖ ਕੀਰ ਤਿਸ ਨਾਹੀ। ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਕੀਰ ਤਿਸ ਨਾਹੀ। ਭਗਤ ਧੰਨਾ ਜੀ ਲਿਖਦੇ ਨੇ ਵੀ ਕੱਛੂ ਕੁੰਮੀ ਦੇ ਨਾਂ ਤੇ ਅਸਥਨ ਹੈ, ਨਾ ਉਹ ਬੱਚਿਆਂ ਨੂੰ ਦੁੱਧ ਚੁੰਘਾਉਂਦੀ ਹੈ, ਨਾ ਉਹ ਕੁਛ ਹੋਰ ਛਕਾਉਂਦੀ ਹੈ ਉਹਨਾਂ ਨੂੰ। ਪੰਖ ਖੀਰ ਤਿਸ ਨਾਹੀ, ਨਾ ਉਹਨਾਂ ਦੇ ਖੰਭ ਨੇ ਵੀ ਉੱਡ ਕੇ ਇੱਧਰ ਉੱਧਰ ਚਲੇ ਜਾਣਾ। ਉਹਨਾਂ ਨੂੰ ਕੌਣ ਕਿਧਰੋਂ ਪ੍ਰਸ਼ਾਦਾ ਪਾਣੀ ਪਰਮੇਸ਼ਰ ਦਿੰਦਾ ਹੈ। ਕਹੇ ਪਰ ਧੰਨਾ ਪੂਰਨ ਤਾਂ ਮਾਤਰੇ ਜੀ ਡਰਾਹੀ। ਐਵੇਂ ਡਰੀ ਜਾਂਦਾ, ਉਹ ਪਰਮੇਸ਼ਰ ਨੂੰ ਫਿਕਰ ਹੈ। ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ। ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਹੋਰ ਇੱਕ ਉਦਾਹਰਨ ਦੇਣਗੇ ਪਾਵਨ। ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ। ਪਾਖਣ ਕੀਟ ਗੁਪਤ ਹੋਏ ਰਹਤਾ। ਇੱਕ ਪੱਥਰ ਦੇ ਵਿੱਚ ਕੀੜਾ ਜਿਹੜਾ ਹੈ ਉਹ ਗੁਪਤ ਹੋ ਕੇ ਰਹਿੰਦਾ ਹੈ। ਲੰਮੀ ਕਥਾ ਹੈ। ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਰਾਹੀ। ਉਹਦੇ ਵਿੱਚ ਪੱਥਰ ਦੇ ਵਿੱਚ ਕੋਈ ਹੈ ਸੁਰਾਖ ਕਿਤੇ, ਉਹਦੇ ਵਿੱਚ ਕੀੜਾ ਹੈ। ਉਹਨੂੰ ਸੈਲ ਪੱਥਰ ਮੈਂ ਜਨ ਤੋਂ ਪਾਏ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਪਾਵਨ ਬਚਨ ਅੰਕਿਤ ਕੀਤੇ ਨੇ। ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾਰਜ ਅੱਗੇ ਕਰ ਧਰਿਆ। ਸੰਤ ਗੁਰਬਚਨ ਸਿੰਘ ਜੀ ਸ਼ਾਇਦ ਪਿੰਡਰਾਂ ਵਾਲੇ ਕਿ ਸੰਤ ਕਰਤਾਰ ਸਿੰਘ ਜੀ ਪੱਥਰ ਲੈਣ ਵਾਸਤੇ ਇੱਧਰ ਢਾਲੀਵਾਲ ਗੁਰਦਾਸਪੁਰ ਵਾਲੇ ਪਾਸੇ ਗਏ। ਉੱਥੇ ਜਿੱਥੇ ਮਸ਼ੀਨਾਂ ਪੱਥਰ ਚੀਰਦੀਆਂ ਸਨ, ਉੱਥੇ ਖਲੋ ਕੇ ਵੇਖਣ ਲੱਗ ਪਏ। ਪੱਥਰ ਲੈਣ ਵਾਸਤੇ ਸ਼ਾਇਦ ਗਏ ਸਨ, ਤਾਂ ਜਥੇ ਵਾਲੇ ਸਿੰਘ ਸੰਤ ਕਰਤਾਰ ਸਿੰਘ ਜੀ ਹੁਣਾਂ ਨੇ ਇਹ ਬਚਨ ਅੱਗੇ ਕੀਤਾ। ਤਾਂ ਉਹ ਗੁਰੂ ਕੀ ਸੰਗਤ ਉੱਥੇ ਪੱਥਰ ਚੀਰਦਿਆਂ ਵਿੱਚੋਂ ਬੁਰਾਦਾ ਜਿਹਾ ਨਿਕਲਿਆ, ਜਿਸ ਤਰ੍ਹਾਂ ਬੂਰਾ ਖੰਡ ਹੁੰਦੀ ਹੈ, ਇਸ ਤਰ੍ਹਾਂ ਨਿਕਲੀ। ਤੇ ਉਹ ਜਿਹੜੇ ਮਹਾਂਪੁਰਖ ਕਹਿਣ ਲੱਗੇ ਵੀ ਆਹ ਵੇਖੋ ਭਲਾ ਕੀ ਆਏ। ਜਾਂ ਵੇਖਿਆ ਗੁਰੂ ਕੀ ਸੰਗਤ ਤੇ ਉਹ ਖੰਡ ਬਿਲਕੁਲ ਮਿੱਠੀ ਪੱਥਰ ਦੇ ਵਿੱਚ ਵਿਚਕਾਏ ਤੇ ਨਿੱਕਾ ਜਿਹਾ ਕੀੜਾ ਵੀ ਉੱਥੇ। ਇਸ ਤਰੀਕੇ ਦਾ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਜੀ ਕਾਗੇ ਧਰਿਆ। ਭਗਤ ਧੰਨਾ ਜੀ ਨੇ ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ। ਕਿਤੇ ਮਾਰਗ ਹੈ, ਕੋਈ ਰਸਤਾ ਹੈ ਪੱਥਰ ਦੇ ਵਿੱਚ? ਨਹੀਂ। ਸੋ ਇਸ ਪ੍ਰਕਾਰ ਨਿਤ ਨਵੀਨ ਲੈ ਕਰ ਅਚੇ ਈਸ਼ਰ ਤੰਦਾ ਹੈ। ਉਹਨਾਂ ਨੂੰ ਪਰਮੇਸ਼ਰ ਦਿੰਦਾ ਹੈ। ਘਰ ਮੈਂ ਰਹੇ ਨਾ ਅੰਨ ਤਨ ਬਸਤਰ ਬਧੀਕਾ। ਸੋ ਇੱਥੋਂ ਤੱਕ ਘਰ ਵਿੱਚ ਵੀ ਨਹੀਂ ਕੁਝ ਰੱਖਦੇ ਮਹਾਰਾਜ ਸਾਹਿਬ ਜੀ। ਇਹ ਨਹੀਂ ਵੀ ਘਰ ਦੇ ਵਿੱਚ ਵੀ ਚਲੋ ਘਰ ਦੇ ਵਿੱਚ ਹੀ ਸਾਡੇ ਸਤਿਕਾਰਯੋਗ ਮਾਤਾ ਮਨਸਾ ਦੇਵੀ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਹਿਲ, ਉਹਨਾਂ ਦਾ ਨਾਂ ਸੀ ਮਨਸਾ ਦੇਵੀ ਜੀ। ਵੀ ਉਹਨਾਂ ਨੇ ਕਹਿ ਦਿੱਤਾ ਹੋਵੇ, ਬੀਬੀ ਭਾਨੀ ਜੀ ਹੋਣਾ, ਬੀਬੀ ਦਾਨੀ ਜੀ ਹੋਣਾ ਨੇ ਕਹਿ ਦਿੱਤਾ ਹੋਵੇ ਵੀ ਸਤਿਗੁਰੂ ਪਿਤਾ ਜੀ ਕੋਈ ਘਰ ਵਾਸਤੇ ਪ੍ਰਸ਼ਾਦਾ ਪਾਣੀ ਰਸਤ ਪਾਣੀ ਇੱਥੇ ਸੇਵਾਦਾਰਾਂ ਨੂੰ ਆਖ ਕੇ ਤੇ ਮੰਗਾ ਲਓ। ਨਹੀਂ, ਘਰ ਵੀ ਨਹੀਂ ਰੱਖਦੇ ਸਨ। ਨਾ ਬਸਤਰ ਬਧੀਕਾ, ਨਾ ਹੀ ਬਸਤਰ ਕੋਈ ਘਰ ਦੇ ਵਿੱਚ ਵਾਧੂ ਰੱਖਿਆ ਜਾਂਦਾ ਸੀ। ਕਰਿਓ ਨੇਮ ਸੀ ਸਤਿਗੁਰੂ ਐਸੀ ਵਿਧ ਨੀਕਾ। ਐਸਾ ਮਹਾਰਾਜ ਸਾਹਿਬ ਜੀ ਨੇ ਨੇਮ ਬਣਾਇਆ ਹੋਇਆ ਸੀ ਚੰਗੀ ਵਿਧੀ ਨਾਲ। ਵਾਹਿਗੁਰੂ ਸਿੱਖ ਮੁਖ ਜਪੈ ਜਾਂ ਮਿਲੇ ਸੋ ਦੋਈ। ਵਾਹਿਗੁਰੂ ਨਾਮ ਜਦੋਂ ਆਪੋ ਵਿੱਚ ਦੀ ਦੋ ਸਿੱਖ ਮਿਲਦੇ ਸਨ, ਉਦੋਂ ਵਾਹਿਗੁਰੂ ਦਾ ਨਾਮ ਜਪਦੇ ਸਨ। ਸਤ ਕਰਤਾਰ ਕਹਿੰਦੇ ਸਨ, ਵਾਹਿਗੁਰੂ ਕਹਿੰਦੇ ਸਨ। ਪੈਰੀ ਪਵਣਾ ਸਤਿਗੁਰੂ ਆਪਸ ਮੈਂ ਹੋ। ਜਦੋਂ ਇੱਕ ਦੂਸਰੇ ਨੂੰ ਮਿਲਦੇ ਸਨ ਤਾਂ ਇਉਂ ਕਹਿੰਦੇ ਸਨ ਸਤਿਗੁਰੂ ਜੀ ਦੇ ਪੈਰੀ ਪੈਂਦੇ। ਪੈਰੀ ਪੈਣਾ, ਪੈਰੀ ਪਵਣਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਇਹ ਲਫ਼ਜ਼ ਵਰਤਦੇ ਸਨ ਇੱਕ ਦੂਸਰੇ ਨੂੰ, ਨਿਮਰਤਾ ਵਾਲਾ ਬਚਨ ਵੀ ਪੈਰੀ ਪੈਣਾ, ਇਹ ਲਫ਼ਜ਼ ਵਰਤਦੇ ਸਨ। ਤੇ ਅੱਜ ਇਹਨਾਂ ਸਾਡਾ ਤਕੱਬਰ ਦੇ ਵਿੱਚ ਅਸੀਂ ਆ ਵੀ ਬਹੁਤੇ ਕਿਸੇ ਨੂੰ ਨਿਉ ਕੇ ਰਾਜੀ ਨਹੀਂ, ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਰਾਜੀ ਨਹੀਂ, ਕਿਸੇ ਨੂੰ ਵਾਹਿਗੁਰੂ ਕਹਿ ਕੇ ਰਾਜੀ ਨਹੀਂ, ਕਿਸੇ ਨੂੰ ਨਿਮਰਤਾ ਵਾਲਾ ਬਚਨ ਕੋਈ ਨਹੀਂ ਸਾਡੇ ਵਿੱਚ।
ਇਸੇ ਕਰਕੇ ਸੋ ਅਸੀਂ ਢਿੱਲ ਮੱਠ ਹੈ ਨਾ ਸਾਡੀ, ਹਉਮੈ ਦੀਰਘ ਮਾਨੁਕ ਹਉਮੈ ਰੋਗ ਮਾਨੁਕ ਕੋ ਦੀਨਾ, ਜੁਤ ਸਨੇਹ ਸਿਮਰਨ ਕਰੇ ਗੁਰ ਦਰਸ਼ਨ ਪਾਵੈ। ਸੋ ਮਿਲ ਕੇ ਪਿਆਰ ਨਾਲ ਸਿਮਰਨ ਕਰਦੇ ਸਨ ਇੱਕ ਦੂਸਰੇ ਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਹੀ ਤਾਂ ਹੀ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ ਨਾ ਵੀ ਇੱਕ ਦੂਸਰੇ ਨੂੰ ਜਦੋਂ ਸਿੰਘ ਆਪੋ ਵੇਦੀ ਮਿਲਣ ਤੇ ਉਦੋਂ ਗੁਰੂ ਫਤਿਹ ਬੁਲਾਉਣੀ ਆ। 2 ਵਾਰਾਂ ਵਾਹਿਗੁਰੂ ਦਾ ਸਿਮਰਨ ਰਸਨਾ ਨਾਲ ਹੋ ਜਾਂਦਾ ਹੈ ਤੇ 2 ਵਾਰਾਂ ਵਾਹਿਗੁਰੂ ਕੰਨ ਸੁਣ ਲੈਂਦੇ ਨੇ। ਸਤਿਗੁਰੂ ਜੀ ਦੇ ਦਰਸ਼ਨ ਇਸ ਤਰ੍ਹਾਂ ਕਰਦੇ ਸਨ। ਨਈ ਰੀਤ ਗੁਰ ਸਦਨ ਕੀ ਪਿਖ ਜਗਤ ਰਸਾਵੈ। ਗੁਰੂ ਘਰ ਦੀ ਨਵੀਂ ਰੀਤੀ ਨੂੰ ਵੇਖ ਕੇ ਲੋਕ ਗੁੱਸਾ ਵੀ ਕਰਦੇ ਸਨ। ਕਈ ਜਿਹੜੇ ਤਰਕਵਾਦੀ ਨੇ ਉਹ ਗੁੱਸਾ ਕਰਦੇ ਹੋਣਗੇ ਵੀ ਆਹ ਮਹਾਰਾਜ ਸਾਹਿਬ ਜੀ ਨੇ ਚੰਗਾ ਕੰਮ ਬਣਿਆ ਵੀ ਇੱਕ ਦੂਜੇ ਦੇ ਪੈਰੀ ਪੈਣ ਦਾ, ਤੇ ਦੂਸਰਾ ਰਸਤ ਪਾਣੀ ਨਹੀਂ ਰੱਖਦੇ। ਕੋਈ 10-5 ਦਿਨਾਂ ਦਾ ਰਸਤ ਪਾਣੀ ਤੇ ਰੱਖ ਲਿਆ ਕਰਨ। ਨਿੰਦੇ ਖਲ ਬਿੰਦੇ ਨਹੀਂ ਇਹ ਮਗ ਨਿਰਬਾਨਾ। ਕਈ ਲੋਕ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਤੇ ਮੂਰਖ ਲੋਕ ਅਸਲ ਗੱਲ ਨਹੀਂ ਜਾਣਦੇ ਕਿ ਇਹ ਮਾਰਗ ਕਲਮੈ ਭਗਤ ਸੋ ਮੁਕਤ ਦਾ, ਧਰਮ ਨਾ ਕੋ ਆਨਾ। ਸੋ ਕਲਯੁਗ ਵਿੱਚ ਭਗਤੀ ਤੋਂ ਬਿਨਾਂ ਹੋਰ ਕੋਈ ਮੁਕਤੀ ਦਾਤਾ ਨਹੀਂ। ਫਿਰ ਪੁਨ ਸਤਿਗੁਰ ਇਮ ਨੇਮ ਕੇ 4 ਵਰਨ ਮਜਾਰਾ। ਫਿਰ ਸਤਿਗੁਰੂ ਜੀ ਨੇ 4 ਵਰਨਾਂ ਦੇ ਵਿੱਚ ਲਾਗੂ ਕਰ ਦਿੱਤਾ ਇਹ ਨੇਮ। ਆਸ਼ਰਮ ਧਾਰੀ ਹੋਏ ਕੋ ਆਵੇ ਦਰਬਾਰਾ। ਸਤਿਗੁਰੂ ਜੀ ਦੀ ਆਗਿਆ ਸੀ ਕਿ ਜਿਹੜਾ ਬ੍ਰਹਮਚਰਜ ਪਾਲ ਕੇ ਕਿਸੇ ਆਸ਼ਰਮ ਦੀ ਮਰਜ਼ਾਦਾ ਨੂੰ ਧਾਰਨ ਕਰਕੇ ਦਰਬਾਰ ਵਿੱਚ ਆਵੇ, ਉਹਦੇ ਵਾਸਤੇ ਕੀ ਹੁਕਮ ਹੈ, ਇਹ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਕਰਨੀ, ਬੇਅੰਤ ਹੋਈਆਂ ਹੋਣਗੀਆਂ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ, ਕਿਰਪਾ ਕਰਕੇ ਬਖਸ਼ ਲੈਣਾ। ਅੱਗੇ ਤੋਂ ਸਮਤ ਸੋਝੀ ਬਖਸ਼ਿਸ਼ ਕਰਨੀ। ਦਿਓ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।